ववा बार बार बिसन समार। बिसन समार न आवे हार। बल बल जे बिसन तना जस गावै। विसन मिले सब ही सच पावै। महाराज जी कहते हैं कि वार वार आपां जपना है। ਜਿਹੜੇ ਸਾਡੇ ਫੁਰਨੇ ਨੇ, ਚਾਹੇ ਸੰਸਾਰ ਦੇ ਰਜੋਗੁਣ ਦੇ ਤਮੋਗੁਣ ਦੇ, ਜਿਸ ਤਰ੍ਹਾਂ ਦੇ ਵੀ ਵਿਚਾਰ ਸਾਨੂੰ ਆਉਂਦੇ ਆ, ਇਹ ਵੀ ਸਾਨੂੰ ਵਾਰ-ਵਾਰ ਆਉਂਦੇ ਆ। ਸਾਡਾ ਰਿਜ਼ਕ ਹੈ ਜੋ ਦ੍ਰਿਸ਼ਟਮਾਨ ਦੇ ਵਿੱਚ ਸਤਿਗੁਰ ਨੇ ਮਾਇਆ ਤੇ ਕਾਲ ਨੂੰ ਦਿੱਤਾ ਹੋਇਆ ਹੈ ਕਿ ਬੱਚੇ ਨੂੰ ਰਹਿੰਦੇ ਹੋਏ ਸਵਾਸਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਨਾ ਆਵੇ। ਉਸ ਰਿਜ਼ਕ ਦੀ ਫਿਕਰ ਕਾਲ ਦੇ ਵੱਸ ਕੀਤੀ ਹੈ। ਪਰ ਜਦੋਂ ਸਾਡਾ ਮਨ ਨਾਮ ਦਾ ਪਰਵਾਨਾ ਭੁੱਲ ਜਾਂਦਾ ਹੈ ਜੋ ਅਸੀਂ ਨਾਲ ਇਸ ਸੰਸਾਰ ਦੇ ਵਿੱਚ ਲਿਖਾ ਕੇ ਲੈ ਕੇ ਆਏ ਸੀ, ਜੋ ਆਪਾਂ ਨੂੰ ਅਕਾਲ ਪੁਰਖ ਨੇ ਆਪਦੇ ਘਰ ਦੇ ਵਿੱਚੋਂ ਟ੍ਰੇਨਿੰਗ ਦੇ ਕੇ ਇਸ ਸੰਸਾਰ ਦੇ ਵਿੱਚ ਭੇਜਿਆ, ਉਹ ਭੁੱਲ ਗਏ ਤੇ ਫਿਰ ਕਾਲ ਇਸ ਅਵਸਥਾ ਦਾ ਫਾਇਦਾ ਚੱਕਦਾ ਹੈ। ਉਹ ਸਾਨੂੰ ਉਸ ਰਿਜ਼ਕ ਦੀ, ਜਿਹੜਾ ਕਿ ਮਾਤਾ ਪਿਤਾ ਨੇ ਜੀ ਜੰਤ ਸਭ ਪਾਛੇ ਕਰਿਆ ਪ੍ਰਦਮੈ ਰਿਜ਼ਕ ਸਮਾਹ ਹੈ, ਉਸ ਦੀ ਫਿਕਰ ਕਰਾਉਂਦਾ ਹੈ। ਅਸੀਂ ਆਪ ਦਾ ਅੰਮ੍ਰਿਤ ਰਸ ਦਾ ਸਵਾਸਾਂ ਦਾ ਰਿਜ਼ਕ ਪੁੱਜ ਕੇ, ਜਿਹੜਾ ਕੱਚਾ ਰਿਜ਼ਕ ਸਾਡੇ ਆਉਣ ਤੋਂ ਪਹਿਲਾਂ ਹੀ ਸਤਿਗੁਰ ਨੇ ਇਸ ਮਿਰਤ ਮੰਡਲ ਦੇ ਵਿੱਚ ਰੱਖ ਦਿੱਤਾ, ਉਹਦੀ ਫਿਕਰ ਕਰਾਉਂਦਾ। ਉਸ ਫਿਕਰ ਦੇ ਪਿੱਛੇ ਸਾਡਾ ਮਨ ਤ੍ਰਿਸ਼ਨਾ ਨੂੰ ਧਾਰਨ ਕਰ ਜਾਂਦਾ ਹੈ, ਸਾਡਾ ਮਨ ਹੰਕਾਰ ਨੂੰ ਧਾਰਨ ਕਰ ਜਾਂਦਾ ਹੈ, ਸਾਡਾ ਮਨ ਬੁਰਾਈਆਂ ਨੂੰ, ਵੈਰ ਵਿਰੋਧ ਨੂੰ ਧਾਰਨ ਕਰਦਾ ਹੈ, ਉਹਨਾਂ ਔਗਣਾਂ ਨੂੰ ਧਾਰਨ ਕਰ ਜਾਂਦਾ ਹੈ ਕਿ ਲੁੱਟ ਖੋਹ, ਇੱਕ ਦੂਜੇ ਦਾ ਨੁਕਸਾਨ ਕਰਨ ਤੇ ਤੁਲ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਿਵੇਂ ਸਾਨੂੰ ਸਾਡੇ ਰਿਜ਼ਕ ਦਾ ਭੇਤ ਨਹੀਂ, ਇਸੇ ਤਰ੍ਹਾਂ ਸਾਨੂੰ ਆਪਦੇ ਸਵਾਸਾਂ ਦਾ, ਸਾਡੇ ਸੰਜੋਗੀਆਂ ਦੇ ਜੋ ਰਿਸ਼ਤੇ ਆ, ਇਹਨਾਂ ਦਾ ਭੇਤ ਵੀ ਨਾ ਰਿਹਾ। ਤੇ ਅਸੀਂ ਲਗਾਤਾਰ ਭਰਮ ਦੀ ਖੂਹ ਦੇ ਵਿੱਚ ਡਿੱਗ ਗਏ ਹਾਂ। ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਣ ਮੋਹ ਕੀ ਫਾਸ, ਇਸ ਅਵਸਥਾ ਦੇ ਵਿੱਚ ਅਸੀਂ ਚੱਲਣ ਗਏ ਹਾਂ। ਹੁਣ ਮਹਾਰਾਜ ਕਹਿੰਦੇ ਇਹ ਐਸੇ ਐਸੇ ਗੰਭੀਰ ਰੋਗ ਲੱਗ ਗਏ ਨੇ। ਆਪਦੇ ਰੋਗਾਂ ਨੂੰ ਜੇ ਅਸੀਂ ਚੈੱਕ ਕਰਨਾ ਹੈ ਤੇ ਜਦੋਂ ਨਾਮ ਸਿਮਰਨ ਦਾ ਅਸੀਂ ਅਭਿਆਸ ਕਰਨ ਲੱਗਦੇ ਹਾਂ, ਉਹ ਰੋਗ ਜਿਨ੍ਹਾਂ ਨੇ ਸਾਡੇ ਮਨ ਨੂੰ ਫੜਿਆ ਹੋਇਆ ਹੈ, ਉਹ ਆਪਣੇ ਆਪ ਸਹਿਜ ਸੁਭਾਏ ਸਾਡੇ ਸਾਹਮਣੇ ਆਉਣ ਲੱਗ ਜਾਂਦੇ ਆ। ਨਾਮ ਜਪਦਿਆਂ ਕਿਹੜੇ ਕਿਹੜੇ ਵਿਚਾਰ ਤੁਹਾਨੂੰ ਜ਼ਿਆਦਾ ਸਤਾਉਂਦੇ ਆ? ਸੰਗਤ ਦੇ ਵਿੱਚ ਬੈਠਿਆਂ ਕਿਹੜੇ ਕਿਹੜੇ ਤੁਹਾਨੂੰ ਫੁਰਨੇ ਆ ਜਿਹੜੇ ਵਾਰ-ਵਾਰ ਖਿੱਚ ਕੇ ਆਪਦੇ ਘਰ ਰਿਜ਼ਕ ਸੰਸਾਰ ਦੇ ਵਿੱਚ ਲੈ ਜਾਂਦੇ ਨੇ? ਇਹ ਤੁਹਾਨੂੰ ਰੋਗ ਲੱਗੇ ਹੋਏ ਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਸਾਰਿਆ। ਕੋ ਤ੍ਰਿਸ਼ਨਾ ਦੇ ਰੋਗ ਆ ਜਿਹੜੇ ਸਾਨੂੰ ਸੰਗਤ ਵਿੱਚ ਆਉਣ ਨਹੀਂ ਦਿੰਦੇ, ਸੰਗਤ ਵਿੱਚ ਬੈਠਿਆਂ ਨੂੰ ਵੀ ਸਾਡੀ ਸੁਰਤੀ ਨੂੰ ਉਡਾ ਕੇ ਲੈ ਜਾਂਦੇ। ਇਹਨਾਂ ਸੂਖਮ ਰੋਗਾਂ ਕਰਕੇ ਸਾਡੇ ਇਸ ਦ੍ਰਿਸ਼ਟਮਾਨ ਦੇ ਸਰੀਰ ਦੇ ਉੱਪਰ ਵਜਨ ਆਇਆ ਹੋਇਆ ਹੈ। ਜਦੋਂ ਮਨ ਬੈਲੈਂਸ ਹੋ ਕੇ ਨਹੀਂ ਚੱਲਦਾ, ਮਨ ਸਤ ਸੰਤੋਖ ਨੂੰ ਧਾਰਨ ਕਰਕੇ ਨਹੀਂ ਚੱਲਦਾ, ਮਨ ਔਗਣਾ ਦੇ ਮੁਤਾਬਕ ਜਿਹੜਾ ਕੋ ਵਿਚਾਰ ਆਇਆ ਉਧਰਲੇ ਪਾਸੇ ਚੱਲਣਾ ਸ਼ੁਰੂ ਕਰ ਦਿੰਦਾ ਹੈ, ਇਹ ਸਰੀਰ ਦਾ ਬੈਲੈਂਸ ਵਿਗੜ ਜਾਂਦਾ ਹੈ। ਇਹ ਦ੍ਰਿਸ਼ਟਮਾਨ ਸਰੀਰ
ਪੰਜਾਂ ਤੱਤਾਂ ਦਾ ਬਣਿਆ ਹੋਇਆ। ਪੌਣ ਇਸ ਸਰੀਰ ਨੂੰ ਚਲਾਉਂਦੀ ਪਈ ਹੈ। ਤੇ ਜਦੋਂ ਆਪਾਂ ਹੁਕਮ ਦੇ ਵਿੱਚ ਨਹੀਂ ਚੱਲਾਂਗੇ, ਸਾਡਾ ਦਰ ਆ ਜਿਹੜਾ ਹੈ ਮਾਲਕ ਦੇ ਘਰ ਦਾ ਦਰ ਹੈ, ਇਹ ਬੰਦ ਹੋ ਜਾਂਦਾ ਹੈ। ਪੌਣ ਸਹਿਜ ਸੁਭਾਅ ਆਪ ਦੇ ਮੁਤਾਬਕ ਚੱਲਣਾ ਸ਼ੁਰੂ ਕਰ ਦਿੰਦੀ ਹੈ। ਜਦੋਂ ਪੌਣ ਆਪ ਦੇ ਮੁਤਾਬਕ, ਆਪ ਦੀ ਇੱਛਾ ਦੇ ਮੁਤਾਬਕ ਸਾਡੇ ਸਰੀਰ ਦੇ ਵਿੱਚ ਚੱਲੇਗੀ, ਸਾਡਾ ਮਨ ਜਿਹੜਾ ਹੈ ਉਹ ਪੁਵਾਰੀ ਖਾ ਜਾਂਦਾ ਹੈ। ਦੀ ਪੁਵਾਰੀ ਪੁਰਖ ਵਿਦਾਤੇ ਬਹੁਰ ਬਹੁਰ ਜਨਮਾਂ ਦੇ। ਐਸੀ ਪੁਵਾਲੀ ਖਾ ਜਾਂਦਾ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਗਿਆਨ ਕਿਹੜਾ ਕਰਨਾ ਹੈ, ਮਾਲਕ ਦੀ ਪ੍ਰਾਪਤੀ ਕਿਹੜੀ ਕਰਨੀ ਹੈ। ਅਸੀਂ ਔਗਣਾਂ ਦੇ ਵਿੱਚ ਚਲੇ ਜਾਂਦੇ ਹਾਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਵੱਵਾ ਬਾਰ ਬਾਰ ਬਿਸ਼ਨ ਸਮਾਰ, ਬਿਸ਼ਨ ਸਮਾਰ ਨਾ ਆਵੇ ਹਾਰ। 52 ਅੱਖਰੀ ਵਿੱਚ ਸਾਨੂੰ ਬਚਨ ਕਰਦੇ ਨੇ ਕਿ ਫਿਰ ਵਾਰ-ਵਾਰ ਗੁਰੂ ਦਾ ਮੰਤਰ ਜਪਣਾ ਪਏਗਾ ਤੁਹਾਨੂੰ, ਕਿਉਂਕਿ ਇਹ ਰਿਜ਼ਕ ਦੇ ਫੁਰਨੇ ਵਾਰ-ਵਾਰ ਆ ਰਹੇ ਆ, ਖਾਣ ਪੀਣ ਦੇ ਫੁਰਨੇ ਵਾਰ-ਵਾਰ ਆ ਰਹੇ ਆ, ਤ੍ਰਿਸ਼ਨਾ ਦੇ ਫੁਰਨੇ ਵਾਰ-ਵਾਰ ਆ ਰਹੇ ਆ। ਕਦੇ ਕਿਸੇ ਹੱਟ ਤੇ ਮਨ, ਕਦੇ ਕਿਸੇ ਹੱਟ ਤੇ ਮਨ ਚਲਿਆ ਜਾਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਫਿਰ ਤੂੰ ਹੁਣ ਇਸ ਤਰ੍ਹਾਂ ਕਰ, ਗੁਰਮੰਤਰ ਦੀ ਕਮਾਈ ਕਰਕੇ ਰਿਜ਼ਕ ਦੀ ਸੰਭਾਲਣਾ ਸ਼ੁਰੂ ਕਰ ਦੇ। ਰਿਜ਼ਕ ਅਭਿਆਸ ਕਰਨਾ ਸ਼ੁਰੂ ਕਰ ਦੇ। ਇਹਦੇ ਨਾਲ ਫਿਰ ਜਿਹੜਾ ਤੇਰਾ ਮਨ ਇਕਾਗਰਤਾ ਦੇ ਵਿੱਚ ਆਏਗਾ। ਨਹੀਂ ਤਾਂ ਕਾਲ ਨੇ ਤਾਂ ਆਪਦੇ ਫੁਰਨਿਆਂ ਦਾ ਜਾਲ ਵਿਛਾਈ ਜਾਣਾ। ਕਾਲ ਨੇ ਸੰਗ ਸ਼ਰਮ ਨਹੀਂ ਕਰਨੀ ਬਈ ਗੁਰਮੁਖ ਭਗਤੀ ਦੇ ਵਿੱਚ ਬੈਠੇ ਆ, ਗੁਰਮੁਖ ਗਿਆਨ ਕਰਦੇ ਪਏ ਆ, ਗੁਰਮੁਖ ਸਿਮਰਨ ਕਰਦੇ ਆ। ਇਹਨੇ ਤਾਂ ਆਪ ਦਾ ਜਾਲ ਸਿੱਟ ਦੇਣਾ ਵੀ ਆਹ ਕੰਮ ਕਰਾਓ। ਹੁਣ ਮਨ ਜਿਹੜਾ ਆ ਇਹ ਜਤੀ ਸਤੀ ਆ, ਬੜਾ ਸਹਿਜ ਵਾਲਾ, ਸਤ ਸੰਤੋਖੀ ਆ। ਇਹ ਆਪਦੇ ਧਿਆਨ ਦੇ ਵਿੱਚ ਬੈਠਾ ਹੁੰਦਾ, ਕਿਉਂਕਿ ਅਕਾਲ ਪੁਰਖ ਦੇ ਘਰ ਦਾ ਪੁੱਤਰ ਆ। ਅਕਾਲ ਪੁਰਖ ਦੇ ਗੁਣ ਨੇ, ਉਹ ਹਰ ਇੱਕ ਦੀ ਗੱਲ ਸੁਣਦੇ ਆ, ਉਹ ਸਹਿਜ ਵਿੱਚ ਰਹਿੰਦੇ ਆ, ਉਹ ਤਰਸ ਕਰ ਜਾਂਦੇ ਆ। ਇਹ ਮਨ ਉਹਨਾਂ ਦੇ ਘਰ ਦਾ ਪੁੱਤਰ ਹੋਣ ਕਰਕੇ ਇਹ ਵਸਾਹ ਕਰ ਜਾਂਦਾ ਹੈ ਕਾਲ ਦਾ। ਜਦੋਂ ਕਾਲ ਇਹਨੂੰ ਵਿਚਾਰ ਦਿੰਦਾ ਨਾ, ਇਹ ਉਸ ਨੂੰ ਸੱਚ ਮੰਨ ਜਾਂਦਾ ਹੈ। ਕਿਉਂਕਿ ਰਾਜਾ ਜਿਹੜਾ ਹੁੰਦਾ ਉਹ ਧਰਮੀ ਹੁੰਦਾ, ਤੇ ਮਨ ਰਾਜਾ ਹੈ। ਕਾਇਆ ਨਗਰੀ ਇਹ ਮਨ ਰਾਜਾ, ਪੰਜ ਬਸੇ ਵਿਚਾਰੀ। ਇਹ ਸ਼ਬਦ ਨੂੰ ਵਿਸਾਰ ਕੇ ਸਿੱਧਾ ਜਦੋਂ ਕਾਲ ਦੇ ਭੁਲੇਖੇ ਦੇ ਵਿੱਚ ਆ ਕੇ ਚੱਲਣਾ ਸ਼ੁਰੂ ਕਰ ਦਿੰਦਾ, ਫਿਰ ਇਹ ਗੇੜਾ ਖਵਾ ਦਿੰਦਾ ਕਾਲ। ਸ਼ਬਦ ਰਵੈ ਆਸਣ ਕਰ ਰਾਜਾ, ਅਦਲ ਕਰੇ ਗੁਣਕਾਰੀ। ਇਹ ਤ੍ਰੈ ਗੁਣ ਦਾ ਐਸਾ ਭੁਲੇਖਾ ਪੈਂਦਾ ਹੈ ਕਿ ਸ਼ਬਦ ਨੂੰ ਵਿਸਰ ਕੇ ਇਹ ਸਿੱਧਾ ਜਿਹੜਾ ਹੈ, ਜਿਵੇਂ ਕਾਲ ਇਸ ਨੂੰ ਵਿਚਾਰ ਦਿੰਦਾ ਹੈ, ਉਸ ਵਿਚਾਰ ਦਾ ਪਿੱਛਾ ਕਰਕੇ ਬਚਨ ਕਰਨੇ ਸ਼ੁਰੂ ਕਰ ਦਿੰਦਾ। ਇਹਨੂੰ ਇਹ ਨਹੀਂ ਪਤਾ ਵੀ ਇਹ ਵਿਚਾਰ, ਇਹ ਜਾਲ ਕਾਲ ਦਾ ਹੈ, ਪੰਜਾਂ ਦੂਤਾਂ ਦਾ ਹੈ। ਤੇ ਜੇਕਰ ਨਾਦ ਸੱਚ ਤੋਂ ਬੇਮੁਖ ਹੋ ਕੇ ਮੈਂ ਸਿੱਧਾ ਇਹਨਾਂ ਵਿਚਾਰਾਂ ਦੇ ਵਿੱਚ ਚੱਲ ਪਿਆ, ਤੇ ਪਤਾ ਨਹੀਂ ਕਿੱਥੇ ਜਾ ਕੇ ਮੈਨੂੰ ਰੋਕੇਗਾ। ਇਹ ਕਾਲ ਦੇ ਉੱਪਰ ਵਸਾਹ ਕਰ ਲੈਂਦਾ। ਤੇ ਮਾਲਕ ਨੇ ਕਿਹਾ ਕਾਲੇ ਕਾ ਵਿਸਾਹ ਨਾ ਕੀਜੈ। ਜਦੋਂ ਇਹ ਆਪ ਦੇ ਸ਼ਰੀਫੀਅਤ ਦੇ ਵਿੱਚ ਆ ਕੇ, ਅਗਿਆਨਤਾ ਦੇ ਵਿੱਚ ਆ ਕੇ ਸ਼ਬਦ ਤੋਂ ਸਲਾਹ ਨਹੀਂ ਲੈਂਦਾ, ਗੁਰੂ ਤੋਂ ਸਲਾਹ ਨਹੀਂ ਲੈਂਦਾ, ਜਿਵੇਂ ਇਸ ਨੂੰ ਵਿਚਾਰ ਆਇਆ ਉਸ ਵਿਚਾਰ ਦੇ ਪਿੱਛੇ ਤੁਰ ਪੈਂਦਾ ਹੈ, ਉੱਥੇ ਮਨ ਭਵਜਲ ਦੇ ਵਿੱਚ ਫਸ ਜਾਂਦਾ ਹੈ। ਹੁਣ ਉਹ ਐਸਾ ਫਸਿਆ ਹੈ, ਕਾਲ ਇਸ ਨੂੰ ਫੁਰਨਿਆਂ ਦੇ ਵਿੱਚ ਸਵਾਲ ਕੀਤੀ ਜਾਂਦਾ ਹੈ। ਇਹ ਉਹਦੇ ਅਗਿਆਨਤਾ ਦੇ ਭਰਮ ਵਾਲੇ ਸਵਾਲਾਂ ਦਾ ਜਵਾਬ ਦਿੱਤੀ ਜਾਂਦਾ ਹੈ। ਕਾਲ ਸਵਾਲ ਕਰਨੋਂ ਨਹੀਂ ਬੰਦ ਕਰ ਰਿਹਾ, ਤੇ ਮਨ ਅੱਗੋਂ ਜਵਾਬ ਦੇਣੋਂ ਨਹੀਂ ਬੰਦ ਕਰ ਰਿਹਾ। ਤੇ ਇਸੇ ਤਰ੍ਹਾਂ ਕਰਦੇ ਕਰਦੇ 4 ਯੁੱਗ ਹੋ ਗਿਆ, ਫਿਰੀ ਜਾਂਦਾ ਹੈ। ਕਾਲ ਇਸ ਨੂੰ ਐਸੇ ਅੰਦਰੋਂ ਸਵਾਲ ਪਾਉਂਦਾ ਹੈ, ਕੱਚੇ ਸਵਾਲ ਪਾਉਂਦਾ ਹੈ। ਪਹਿਲਾਂ ਤੂੰ ਆਹ ਕਰਕੇ ਦਿਖਾ, ਫਿਰ ਤੂੰ ਆਹ ਕਰਕੇ ਦਿਖਾ, ਤੇਰੇ ਨਾਲ ਐਂ ਕਿਉਂ ਹੋਇਆ, ਉਹ ਕਿਉਂ ਹੋਇਆ, ਆਹ ਕਦੋਂ ਹੋਵੇਗਾ। ਜੇ ਇਸ ਤਰ੍ਹਾਂ ਹੋ ਜਾਂਦਾ,
ਇਹ ਠੀਕ ਹੋ ਜਾਣਾ ਸੀ, ਆਹ ਕਿਉਂ ਨਹੀਂ ਹੋਇਆ, ਜੇ ਕਿਤੇ ਇਸ ਤਰ੍ਹਾਂ ਹੋ ਜਾਵੇ। ਸਵਾਲ ਪਾਏ ਹੋਏ ਨੇ, ਉਹਨਾਂ ਸਵਾਲਾਂ ਦੇ ਵਿੱਚ ਮਨ ਤੁਰਿਆ ਫਿਰਦਾ। ਪਹਿਲੋਂ ਮੈਂ ਆਹ ਕਰਨਾ ਹੈ ਕਿਉਂਕਿ ਮੇਰੇ ਨਾਲ ਆਹ ਨਹੀਂ ਹੋਇਆ, ਇਹ ਹੋਣਾ ਚਾਹੀਦਾ ਸੀ, ਆਹ ਕਿਉਂ ਨਹੀਂ ਹੋਇਆ, ਆਹ ਹੋਣਾ ਚਾਹੀਦਾ ਸੀ। ਉਹ ਐਸੀਆਂ ਕੱਚੀਆਂ ਮਨਸਾ ਸਾਡੇ ਅੰਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਕਾਲ ਨੇ ਧਾਰਨ ਕਰਵਾਈਆਂ ਹੋਈਆਂ ਨੇ। ਉਹ ਇਸ ਦੁਨਿਆਵੀ ਸੇਜ ਨੂੰ, ਦੁਨਿਆਵੀ ਰਿਜ਼ਕ ਨੂੰ ਸਵਾਰਨ ਦੇ ਵਿੱਚ ਲੱਗਿਆ ਹੋਇਆ ਹੈ। ਮਹਾਰਾਜ ਕਹਿੰਦੇ ਸੱਸਾ ਸੋ ਸਹਿ ਸੇਜ ਸਵਾਰੇ, ਸੋਈ ਸਹੀ ਸੰਦੇਹ ਨਿਵਾਰੇ, ਅਲਪ ਸੁਖ ਛਾੜ ਪਰਮ ਸੁਖ ਪਾਵਾਂ, ਤਬ ਇਹ ਤ੍ਰਿਆ ਉਹ ਕੰਤ ਕਹਾਵਾਂ। ਹੁਣ ਇਹ ਕਾਲ ਦੀ ਸੇਜ, ਅਲਪ ਸੁਖ ਜਿਹੜੇ ਨੇ, ਕਾਲ ਇਸ ਨੂੰ ਕਹਿ ਰਿਹਾ ਤੂੰ ਆਹ ਕਰ ਲਾ, ਉਹ ਕਰ ਲਾ, ਉਹਨਾਂ ਨੂੰ ਸਵਾਰਨ ਦੇ ਵਿੱਚ ਲੱਗਿਆ ਹੋਇਆ। ਜੇ ਅਲਪ ਸੁਖ ਛੱਡ ਕੇ ਆਪਦੇ ਮਨ ਦੀ, ਆਪਦੇ ਨਿੱਜ ਦੀ ਸੇਜ ਸਵਾਰੇ ਤਾਂ ਇਹਦਾ ਭਲਾ ਹੋ ਸਕਦਾ ਹੈ। ਪਰ ਹੁਣ ਭੋਲੀ ਇੰਨਾ ਗਿਆ ਆ, ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿ ਨ ਆਇਆ। ਇੰਨਾ ਭੁੱਲ ਗਿਆ ਆ, ਕਿੰਦੇ ਵਿੱਚ ਭੁੱਲਿਆ? ਵਿਚਾਰਾਂ 'ਚ ਵਿਚਾਰ, ਵਿਚਾਰਾਂ 'ਚ ਵਿਚਾਰ, ਵਿਚਾਰ ਵਿਚਾਰ। ਇੱਥੇ ਵਿਚਾਰ ਰੋਕ ਕੇ ਜਿਹੜਾ ਆਹ ਦਰ ਹੈ, ਆਹ ਨੇਤਰਾਂ ਦੇ ਸਾਹਮਣੇ ਦਰ ਹੈ, ਖੋਲ ਕੇ ਇੱਥੇ ਧਿਆਨ ਦੁਆਰਾ ਬੈਠਦਾ ਹੀ ਨਹੀਂ। ਕਾਲ ਇਸ ਨੂੰ ਬੈਠਣ ਨਹੀਂ ਦਿੰਦਾ। ਤੇ ਜੇ ਕੋਈ ਐਸ ਦਰ ਦਾ ਭੇਤ ਦਿੰਦਾ ਕਿ ਗੁਰੂ ਨਾਨਕ ਨੇ ਇਸ ਨੂੰ 100 ਦਰ ਕਿਹਾ ਹੈ, ਆ ਜਿਹੜਾ ਸਾਡੇ ਨੇਤਰਾਂ ਦੇ ਸਾਹਮਣੇ ਹੈ, ਗੁਰੂ ਨਾਨਕ ਨੇ ਇਸ ਨੂੰ ਨਿਜ ਘਰ ਕਿਹਾ ਆ। ਨਿਜ ਘਰ ਦੀ ਕਥਾ ਕੀਤੀ ਜਾ ਰਹੀ ਆ। ਮਹਾਰਾਜ ਕਹਿੰਦੇ ਵੀ ਆ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਈ ਗੋ ਫੇਰਾ। ਪਰ ਇਹ ਭੇਤ ਨਹੀਂ ਕੋ ਦੇ ਰਿਹਾ ਵੀ ਨਿਜ ਘਰ ਤੇ ਮਹਿਲ ਹੈ ਕਿਹੜਾ। ਸਤਿਗੁਰ ਦਾ ਬਚਨ ਰੋਜ਼ ਪੜ੍ਹਿਆ ਜਾ ਰਿਹਾ, ਥਿਰ ਘਰ ਬੈਸੋ ਹਰ ਜਨ ਪਿਆਰੇ। ਪਰ ਥਿਰ ਘਰ ਹੈ ਕਿਹੜਾ, ਕਿੱਥੇ ਬੈਠੀਏ ਜਾ ਕੇ? ਸਤਿਗੁਰ ਤੁਮਰੇ ਕਾਜ ਸਵਾਰੇ। ਤੇ ਜਦੋਂ ਕੋ ਭੇਤ ਦੇਣ ਲੱਗਦਾ, ਕਾਲ ਆਪ ਦੇ ਕਰਿੰਦੇ ਛੱਡਦਾ, ਕਾਲ ਆਪ ਦੀ ਤਾਕਤ ਛੱਡਦਾ ਵੀ ਇਹ ਹੁਣ ਸਹਿਜ ਦੇ ਦਰ ਦਾ ਭੇਤ ਪਤਾ ਲੱਗਣ ਲੱਗ ਗਿਆ। ਸਾਰੇ ਮੁਕਤ ਨਾ ਹੋ ਜਾਣ, ਇਹਨਾਂ ਦੇ ਬਚਨਾਂ ਨੂੰ ਨਕਾਰੋ, ਇਹਨਾਂ ਦੇ ਬਚਨਾਂ ਨੂੰ ਰੋਕੋ। ਕਾਲ ਦੇ ਅਨਾੜੀ ਅਸੰਤ, ਕਾਲ ਦੇ ਖਰੀਦੇ ਹੋਏ ਸੰਤ, ਭਰਮ ਦੇ ਵਿੱਚ ਪਏ ਹੋਏ ਅਸੰਤ ਉਸ ਚੀਜ਼ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਆ। ਜਦੋਂ ਕਬੀਰ ਸਾਹਿਬ ਜੀ ਨੇ ਭੇਤ ਦਿੱਤਾ, ਆਪਾਂ ਦੇਖਿਆ ਕਬੀਰ ਸਾਹਿਬ ਜੀ ਨੂੰ ਪਹਾੜ ਤੋਂ ਸਿੱਟਿਆ ਗਿਆ, ਪਾਣੀ ਵਿੱਚ ਸਿੱਟਿਆ ਗਿਆ, ਮਸਤ ਹਾਥੀ ਦੇ ਅੱਗੇ ਪਾ ਕੇ ਉਸ ਨੂੰ ਤਸ਼ੱਦਦ ਕੀਤੀ ਗਈ ਕਿ ਹਾਥੀ ਪੈਰਾਂ ਥੱਲੇ ਰੋਂਦ ਦੇਵੇ। ਪਰ ਕਬੀਰ ਸਾਹਿਬ ਨੂੰ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਆਪ ਬਚਾਇਆ। ਇਸੇ ਤਰ੍ਹਾਂ ਜਦੋਂ ਗੁਰੂ ਘਰ ਦੀ ਗੱਲ ਚੱਲੀ, ਗੁਰੂ ਘਰ ਨੇ ਆ ਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਨਿਜ ਘਰ, ਥਿਰ ਘਰ ਦਾ, 10ਵੇਂ ਘਰ ਦਾ ਭੇਤ ਦਿੱਤਾ। 10ਮ ਦਵਾਰਾ ਅਗਮ ਅਪਾਰਾ, ਪਰਖ ਪੁਰਖ ਕੀ ਘਾਟੀ। ਹਿੰਦੂ ਪੂਜੈ ਦੇਹਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਜੈ ਦੇਹਰਾ ਨਾ ਮਸੀਤ। ਹਿੰਦੂ ਦੇਹਰੇ ਨੂੰ ਪੂਜਦਾ ਸੀ, ਮੁਸਲਮਾਨ ਮਸੀਤ ਨੂੰ ਪੂਜਦਾ ਸੀ। ਨਾਮਦੇਵ ਕਹਿੰਦੇ ਮੈਂ ਤਾਂ ਆਹ ਪੂਜਿਆ, ਆਹ ਜਿੱਥੇ ਨਾ ਦੇਹਰਾ ਨਾ ਮਸੀਤ, ਤੇ ਪ੍ਰਕਾਸ਼ੀ ਪ੍ਰਕਾਸ਼ੇ ਮਾਲਕਾ ਬੈਠਾ ਹੈ। ਇਹ ਹੁਣ ਸਿੱਧਾ ਘਰ ਕਿਸੇ ਨੂੰ ਦੇਖਦਾ ਨਹੀਂ। ਮਹਾਰਾਜ ਕਹਿੰਦੇ ਘਰ ਮੈਂ ਘਰ ਦੇ ਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਜੇ ਦੇਖਣਾ ਚਾਹੁੰਦੇ ਹੋ, ਇਹ ਸਰੀਰ ਦੀਆਂ ਅੱਖਾਂ ਨਾਲ ਨਹੀਂ ਦੇਖੇਗਾ। ਇਹ ਸਰੀਰ ਦੀਆਂ ਅੱਖਾਂ ਨੂੰ ਇੱਕ ਕਰਕੇ ਸਾਹਮਣੇ ਨਿਗਾਹ ਦੇ ਵਿੱਚ ਆਉਂਗੇ, ਧਿਆਨ ਦੇ ਵਿੱਚ ਆਉਂਗੇ, ਆਹ ਘਰ ਦਿਖਣਾ ਸ਼ੁਰੂ ਹੋ ਜਾਏਗਾ। ਕਿਉਂਕਿ ਇੱਕ ਜੋਤ ਹੈ ਤੇ ਮਨ ਵੀ ਇੱਕ ਜੋਤ ਹੈ। ਇਹ ਆ ਕੇ ਇਹਨਾਂ ਦੋਨਾਂ ਜੋਤਾਂ ਦੇ ਵਿੱਚ ਫਸ ਗਈ ਹੈ। ਮਨ ਦੀ ਜੋਤ ਚੰਦ ਤੇ ਸੂਰਜ। ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ। ਇਹ ਚੰਦ ਤੇ ਸੂਰਜ ਦੋ ਜੋਤਾਂ ਆ। ਇਹਨਾਂ ਜੋਤਾਂ ਦੇ ਅੰਦਰ ਬ੍ਰਹਮ ਅਨੂਪ ਹੈ। ਇਹ ਦੋਨੋਂ ਜੋਤਾਂ ਜਦੋਂ ਮਿਲ ਜਾਂਦੀਆਂ ਨੇ, ਉੱਥੇ ਫਿਰ ਕਹਿ ਦਿੱਤਾ ਜਾਂਦਾ ਹੈ ਘਰ ਮੈਂ ਘਰ ਦੇ ਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਉੱਥੇ ਫਿਰ ਘਰ ਦਿਖਦਾ ਹੈ। ਤੇ ਦੇਖਦੇ ਨੇ ਵੀ ਕਿੰਨਾ ਨੇੜੇ ਆ। ਨੇੜੇ ਹੂੰ ਤੇ ਨੇੜੇ, ਬਹੁਤ ਨੇੜੇ ਆ। ਕਹੋ ਸੋ ਹਰ ਨੈਣੋ ਕੀ ਪੁੱਤਰੀ, ਨੈਣਾ ਦੀਆਂ ਪੁਤਲੀਆਂ ਤੋਂ ਉਹ ਘਰ ਸ਼ੁਰੂ ਹੋ ਜਾਂਦਾ ਹੈ। ਆਹ ਰੋਮਾਂ ਤੋਂ ਲੈ ਕੇ, ਆਹ ਸਾਡੇ ਸਰੀਰ ਦੇ ਰੋਮਾਂ ਤੋਂ ਲੈ ਕੇ ਪੂਰੇ ਬ੍ਰਹਿਮੰਡ ਦੇ ਵਿੱਚ ਉਸ ਘਰ ਦਾ ਪ੍ਰਕਾਸ਼ ਹੀ ਪ੍ਰਕਾਸ਼ ਹੈ।
आईना नेड़े, सामने सच सी, सामने मालक सी। उस सच दे विच एक धुन भी चल रही सी। जदों भगतां ने सच नूं देखिया, नाल उस धुन नूं कह सुनिया, उस नूं कह दिता सतनाम प्रभ का सुखदाई। पर कहंदे इस सतनाम की अवस्था ते इस अवस्था का विश्वास, विश्वास सत नानक गुर ते पाई। हर कोई इस सतनाम की अवस्था नूं समझ नहीं सकता। जो गुरमुख का संग करदा है, गुरमुख उसनूं सतनाम की सेवा करवा के उनका विश्वास बढ़ाउंदा है, वार वार उस्तत करके उनके मन की मैल उतार के। जिवें अनाड़ी जीवां ने सानू माया की भगती विच लाया, माया की भगती, माया के विचार बहुत छेती साडे मन दे विच वस जांदे आ। उन्होंने सानू फोटोआं पूजन ला दिता, उन्होंने सानू दुनियावी जो तीर्थ ने, दुनियावी जो गुरुद्वारे आ, दुनियावी जो डेरे आ, उन्होंने पूजन ला दिता। ते साडा पूजदियां पूजदियां कई पीढ़ियां, कई जन्म हो गए। जन्मां तो महाराज जी कहते कि जुग जुग हो गया, तो साडा विश्वास बन गया उन्हां ते। माया की सेवा करते करते माया साडे विच घर कर गई। जे कर्म करते हैं माया का, पूजा करते हैं माया की, धर्म करते हैं माया की, माया इन्ना साडे अंदर वस गई है। माया मगन दूत जम जो है, तो दूत सानू दिन रात कुटते पे आ। ते महाराज कहते हुण इस मन नूं जन्म जन्म की मैल लग गई है। खखा खिरत खपत गए केते, खिरत खपत अजहू न चेते। महाराज कहते इस मन दे सुरती का जिहड़ा खंडाव होया, पता नहीं किन्ने क जन्म खप गए उस चीज़ दे विच। जिहड़ा सी कहा ना, काल दे सवालों का जवाब देण लग गया, उधरों सवास खत्म हो गए, काल दे विचार सवाल जिहड़े सी अंदरों खत्म ही नहीं होए। कहते खखा खिरत खपत गए केते, जदों सुरती खिर गई, पता नहीं किन्ने क जन्म खप गए उहदे विच। सुरती खिरी साडी आ बच्चियां पिछे, आ रिजिक पिछे। खखा खिरत खपत गए केते, खिरत खपत अजहू ना चेते। चेते नहीं आउंदे भी किन्ने क जन्म। महाराज जी कहते जे सुरती ला के आपदे जामे देखीए ना, हजे चेता नहीं बनता पिया भी किन्ने क जामे असीं भुला दिते। ध्यान ही ऐसा दृढ़ कराता, ध्यान का खेल। अब जग जान जो मना रहे, जह का बिछरा तह थिर लहै। ते फिर कहते हुण साधु दे संग दे विच आए आ, उन्हें साडे किसे दुनियावी सवाल का जवाब नहीं दिता। वो कहते किन्ने क जवाब मंगोगे। सुरती दे विच खलार आया होया, जवाब देंदे मंगदे देंदे मंगदे पता किन्ने जामे हो गए। साडी मंनदे हो? कहते हाँ जी मंनदे आ। कहते अदर दे उपर ध्यान धर के बैठो, शब्द के उपर ध्यान धर के बैठो। हुण तुहानू ऐसा ज्ञान देने आ, 52 अखर जोरे आण, सकिया न अखर एक पछाण। तैं 52 अखरां दे विच ही उलझिया होया, एक अखर की पहचान नहीं कर सकिया। आ तैनू उस एक अखर की पहचान करवाइए जो संसार दियां सारियां भाषावां तो रहत है। वो अनहद अखर की तू भगती करनी आ, अनहद अखर दे विच ध्यान जोड़ ला। उस निराकार की तैनू पहचान कराउने आ, उहदे विच तू ध्यान जोड़ ला, तेरा सारा ही जन्म जिहड़ा है सफल हो जाएगा। साधुआं ने कहते सानू क्या, अब जग जान जो मना रहे, जय का विशरा तैं थिर लहै। तू पता कित्थों विछड़िया होया? तू सतनाम दे विचों विछड़िया होया। सतनाम दा दुनियावी जाप नहीं करना असी। सतनाम क्या गया? सत काल है, नाम उसका जिहड़ा नाद है, जिसनों महाराज कहते ने भुगत ज्ञान दया भंडारण घट घट वाजै नाद। तू नाद अते प्रकाश जोत दे विचों विछड़िया होया। मन तू जोत स्वरूप है, अपना मूल पछाण। तैनू तेरे मूल की पहचान करवाइए, तैनू तेरे घर की पहचान कराइए। डड्डा डेरा ये नहीं जह डेरा तू जान, उहाँ डेरा कै संजमो गुर कै शब्द पछाण। तैनू पहचान करवाइए। ते महाराज सच्चे पातशाह कहते आओ तुहानू ध्यान दे विच लैके चलदे आ। कहते पंडित लोगा क्यों बेहार,
ਗਿਆਨਵੰਤ ਕੋ ਤਤ ਵਿਚਾਰ। ਜਿਹੜਾ ਦੁਨਿਆਵੀ ਪੰਡਤ ਹੁੰਦਾ ਹੈ, ਦੁਨਿਆਵੀ ਸੰਤ ਹੁੰਦਾ ਹੈ, ਉਹ ਲੋਕਾਂ ਦੇ ਵਿੱਚ ਆਪਦੀ ਜੈ ਜੈਕਾਰ ਕਰਨ ਵਾਸਤੇ ਗਿਆਨ ਕਹਾਣੀਆਂ ਕਰਦਾ ਹੈ। ਪੰਡਤ ਲੋਕਾਂ ਕੋ ਵਿਵਹਾਰ। ਪੰਡਤ ਨੇ ਤਾਂ ਐਸੇ ਬਚਨ ਕਰਨੇ ਨੇ ਵੀ ਮੇਰੇ ਕੋਲ ਭੀੜ ਵਧੇ, ਮੇਰੇ ਕੋਲ ਸੰਸਾਰੀ ਸ਼ੋਭਾ ਵਧੇ, ਮੇਰੇ ਕੋਲ ਪੈਸਾ ਵਧੇ। ਪਰ ਕਹਿੰਦੇ ਗਿਆਨਵੰਤ ਕੋ ਤਤ ਵਿਚਾਰ, ਕਹਿੰਦੇ ਜਿਹੜਾ ਗਿਆਨੀ ਹੁੰਦਾ ਹੈ ਮਾਲਕ ਦਾ, ਉਹ ਲੋਕ ਵਿਹਾਰ ਤੋਂ ਉੱਪਰ ਉੱਠ ਕੇ ਤਤ ਦੀ ਵਿਚਾਰ ਕਰਦਾ। ਤਤ ਦੀ ਵਿਚਾਰ ਕਰਾਉਣੇ ਆ ਤੁਹਾਨੂੰ, ਕਿਉਂਕਿ ਤੁਸੀਂ ਤਤ ਦੇ ਬੇਤੇ ਹੋ, ਸਮਦਰਸ਼ੀ ਤਤ ਕਾ ਬੇਤਾ। ਉਹ ਫਿਰ ਸਾਨੂੰ ਗਿਆਨ ਦਿੰਦੇ ਆ। ਸਾਡੀ ਦ੍ਰਿਸ਼ਟੀ ਤ੍ਰੈ ਗੁਣਾ ਤੋਂ ਚੱਕ ਕੇ ਉੱਪਰ ਇਸ ਚੌਥੇ ਪਦ ਦੇ ਵਿੱਚ ਲੈ ਆਉਂਦੇ ਆ। ਆਉਂਦੇ ਆ ਇੱਥੇ ਧਿਆਨ ਜੋੜੋ, ਕਿਉਂਕਿ ਮਨ ਨੇ ਅੱਜ ਤੱਕ ਕੀਤੀ ਮਾਇਆ ਦੀ ਸੇਵਾ, ਮਾਇਆ ਦੇ ਜਾਪ, ਮਾਇਆ ਦੇ ਗਿਆਨੀਆਂ ਕੋਲੋਂ ਧਿਆਨ ਗਿਆਨ ਸਾਰਾ ਸਿੱਖਿਆ ਹੁੰਦਾ ਹੈ। ਤੇ ਮਨ ਤੇ ਮੈਲ ਇੰਨੀ ਚੜੀ ਹੁੰਦੀ ਹੈ ਵੀ ਦੇਖ ਕੇ ਵੀ ਮਨ ਨੂੰ ਪ੍ਰਤੀਤ ਨਹੀਂ ਆਉਂਦੀ, ਮੰਨਦਾ ਨਹੀਂ। ਤੇ ਜੇ ਦੇਖੇ ਤੇ ਧਿਆਨ ਨਹੀਂ ਲੱਗਦਾ, ਕਿਉਂਕਿ ਅੰਨਾ ਹੋਇਆ ਹੋਇਆ ਚਾਰ ਜੁਗਾਂ ਦਾ। ਕਹੋ ਪੰਗਲ ਪਰਬਤ ਪਰ ਭਵਨ, ਨਹੀਂ ਹੋਤ ਉਆ ਉਸ ਗਵਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿੰਗਲਾ ਹੋਇਆ ਪਿਆ, ਪਿੰਗਲੇ ਹੋਏ ਨੂੰ ਕਹੋ ਪਰਬਤ ਤੇ ਚੜ ਜਾ, ਉਸ ਦੀ ਲੱਤਾਂ ਵਿੱਚ ਜਾਨ ਹੈ ਨਹੀਂ, ਕਿਵੇਂ ਚੜੇਗਾ। ਕਹਾਂ ਬਿਸ਼ਨਪਦ ਗਾਵੇ ਗੁੰਗ, ਯਤਨ ਕਰੈ ਤੋ ਵੀ ਸੁਰ ਭੰਗ। ਜੇ ਉਹਨੂੰ ਆਖੋ ਵਾਹੇ ਵਾਹੇ ਜਪ ਲਾ, ਹੋਰ ਕੁਛ ਨਹੀਂ, ਕਹਿੰਦੇ ਉਹ ਹੁਣ ਗੂੰਗਾ ਕਿੱਥੇ ਗਾਵੇਗਾ। ਯਤਨ ਵੀ ਕਰਦਾ, ਸੁਰ ਭੰਗ ਹੋ ਜਾਂਦੀ, ਕਹਿੰਦਾ ਜੀ ਵਾਹਿਗੁਰੂ ਵਾਹਿਗੁਰੂ ਨਹੀਂ ਆਖਿਆ ਜਾਂਦਾ, ਹੋਰ ਜੋ ਮਰਜ਼ੀ ਕਹਾ ਲਓ। ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਏ ਲਿਹੋ ਓੜ ਨਿਭਾਵੈ। ਹੁਣ ਅੰਨਾ ਹੋਇਆ ਬੈਠਾ ਹੈ, ਜਦੋਂ ਉਹਨੂੰ ਸਜਾਖਾ ਕਰਨ ਦੇ ਲਈ ਯਤਨ ਕੀਤਾ ਜਾਂਦਾ ਹੈ, ਮਹਾਰਾਜ ਕਹਿੰਦੇ ਮਾਰਗ ਦਿਖਦਾ ਨਹੀਂ ਗਾ। ਫਿਰ ਸਾਧੂਆਂ ਦੇ, ਇਹੀ ਤਾਂ ਸਾਧ ਸੰਗਤ ਤੇ ਸਾਧੂਆਂ ਦੇ ਪਰਉਪਕਾਰ ਨੇ। ਉਹ ਵਾਰ-ਵਾਰ ਸਾਡੇ ਮਨ ਨੂੰ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਸਜਾਖਾ ਕਰਦੇ ਆ, ਸਾਡੇ ਪਿੰਗਲੇ ਹੋਏ ਮਨ ਨੂੰ ਜਾਣ ਦਿੰਦੇ ਆ। ਉਹ ਖੁਰਾਕ ਅੰਮ੍ਰਿਤ ਸ਼ਬਦ ਦੀ ਦਿੰਦੇ ਨੇ, ਜਿਹਦੇ ਨਾਲ ਸਾਡੇ ਸੂਖਮ ਗਿਆਨ ਇੰਦਰੀਆਂ ਕਰਮ ਇੰਦਰੀਆਂ ਵਿੱਚ ਜਾਨ ਆਉਂਦੀ ਹੈ, ਜਿਹੜੇ ਕਿ ਦ੍ਰਿਸ਼ਟਮਾਨ ਦੇ ਵਿੱਚ ਉਲਝੇ ਪਏ। ਫਿਰ ਵਾਰ-ਵਾਰ ਜਦੋਂ ਸੱਚ ਸ਼ਬਦ ਦੀ ਕਹਾਣੀ ਮਨ ਸੁਣਦਾ ਹੈ, ਉਸ ਨੂੰ ਪ੍ਰਪੱਖ ਕਰਦਾ ਹੈ, ਤੇ ਜਿਹੜਾ ਚਾਰ ਯੁੱਗ ਦਾ ਵਿਛੋੜਾ ਹੈ, ਚਾਰ ਯੁੱਗਾਂ ਵਿੱਚ ਜਦੋਂ ਵੀ ਮਨ ਸਜਾਵੇਂ ਵਿੱਚ ਆਇਆ, ਮਾਤਾ ਦੇ ਗਰਭ ਦੇ ਵਿੱਚ ਜੋ ਸਾਨੂੰ ਖੇਲ ਸਮਝਾਇਆ ਗਿਆ, ਅਕਾਲ ਪੁਰਖ ਦੇ ਘਰ ਦੇ ਵਿੱਚ ਸਾਨੂੰ ਖੇਲ ਸਮਝਾਇਆ ਗਿਆ, ਉਹ ਹੌਲੀ 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 ਸੁਰਤੀ ਦੇ ਵਿੱਚ ਯਾਦ ਆਉਂਦਾ ਹੈ। ਹੌਲੀ 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 ਜਿਵੇਂ ਮਨ ਵਵਾ ਵਾਰ ਵਿਸ਼ਨ ਸਮਾਰ ਨਾ ਆਵੇ ਹਾਰ, ਵਾਰ ਜਦੋਂ ਜਪਦੇ ਆ ਨਾ, ਤੇ ਗੁਰਮੰਤਰ ਫੁਰਨਿਆਂ ਦੀ ਟੱਕਰ ਲੈਂਦਾ। ਫਿਰ ਜਦੋਂ ਗੁਰਮੰਤਰ ਦਾ ਜਾਪ ਕਰਦੇ ਆ, ਉਹ ਜਿਹੜੇ ਵਾਰ ਆਉਂਦੇ ਫੁਰਨੇ ਨੇ ਉਹ ਪਾਸੇ ਹਟ ਜਾਂਦੇ ਆ, ਕਿਉਂਕਿ ਗੁਰਮੰਤਰ ਦੀ ਤਾਕਤ ਜ਼ਿਆਦੇ ਆ, ਹਉਮੈ ਨਾਵੇਂ ਨਾਲ ਵਿਰੋਧ ਹੈ। ਦੋਏ ਨਾ ਵਸੇ ਇਕਠਾਏ, ਜਦੋਂ ਨਾਮ ਸਾਧੂਆਂ ਦੇ ਮੁਖਾਰਬਿੰਦ ਵਿੱਚੋਂ ਉਚਾਰਨ ਕੀਤਾ ਹੋਇਆ ਅਸੀਂ ਜਪਦੇ ਹਾਂ, ਤੇ ਕਹਿੰਦੇ ਫਿਰ ਵਾਰ ਜਦੋਂ ਜਪਦੇ ਹਾਂ ਤੇ ਫਿਰ ਸਾਡਾ ਮਨ ਪਿੱਛੇ ਹਟਣਾ ਸ਼ੁਰੂ ਹੋ ਜਾਂਦਾ, ਵਿਚਾਰਾਂ ਤੋਂ ਵਿਚਾਰ ਪਾਸੇ ਹਟ ਜਾਂਦੇ। ਹਉਮੈ ਦਾ ਨਾਮ ਨਾਲ ਵਿਰੋਧ ਹੈ। ਜਦੋਂ ਵਿਚਾਰਾਂ ਨੂੰ ਪਾਸੇ ਹਟ ਕੇ ਗਿਆਨ ਲੈ ਕੇ ਇਹਨਾਂ ਨੇਤਰਾਂ ਦੇ ਵਿੱਚ ਸਤਿਗੁਰ ਨੂੰ ਦੇਖਦਾ ਹੈ, ਗਿਆਨ ਅੰਜਰ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਗਿਆਨ ਅੰਜਨ ਬਣਦਾ। ਫਿਰ ਜਦੋਂ ਨੇਤਰਾਂ ਦੁਆਰਾ ਸੱਚ ਨੂੰ ਦੇਖਦੇ ਆ ਨਾ, ਸਮ ਕਰਕੇ, ਜਦੋਂ ਦ੍ਰਿਸ਼ਟੀ ਟਿਕਦੀ ਹੈ, ਇਹ ਟਿਕੀ ਹੋਈ ਦ੍ਰਿਸ਼ਟੀ ਦੇ ਵਿੱਚ ਫਿਰ ਇੱਥੋਂ ਸੂਖਮ ਦੇ ਵਿੱਚੋਂ ਅੰਮ੍ਰਿਤ ਆਉਂਦਾ ਹੈ ਸਾਡੇ ਨੇਤਰਾਂ ਵਿੱਚ। ਉਹ ਜਿਹੜਾ ਧਿਆਨ ਦੁਆਰਾ ਸੂਖਮ ਦੇ ਵਿੱਚੋਂ ਅੰਮ੍ਰਿਤ ਆਉਂਦਾ ਸਾਡੇ ਨੇਤਰਾਂ ਵਿੱਚ, ਉਹ ਸਾਡਾ ਅਗਿਆਨਤਾ ਦਾ ਹਨੇਰਾ ਕੱਢਦਾ ਹੈ, ਅਗਿਆਨ ਅੰਧੇਰ ਵਿਨਾਸ਼। ਕਿਉਂਕਿ ਅੱਜ ਤੱਕ ਵਿਖਿਆ ਚੁਗਦੇ ਸੀ ਅਸੀਂ, ਕਿਆ ਬਗ ਬਪੜਾ ਛਪੜੀ ਨਹਾਏ, ਕਿਚੜ ਡੁੱਬੇ ਮੈਲ ਨਾ ਜਾਏ। ਕਿਚੜ ਦੇ ਵਿੱਚ ਡੁੱਬਦੇ ਸੀਗੇ, ਬਗ ਬਪੜੇ ਬਣੇ ਹੋਏ ਸੀਗੇ, ਮੈਲ ਖਤਮ ਨਹੀਂ ਸੀ ਹੋ ਰਹੀ, ਛਪੜੀਆਂ ਨਹਾਉਂਦੇ ਫਿਰਦੇ ਸੀ। ਅਗਿਆਨੀ ਸੰਤਾਂ ਨੇ ਸਾਨੂੰ ਛਪੜੀਆਂ ਨਵਾਈਆਂ, ਕਦੇ ਕਿਸੇ ਪਾਸੇ ਲੈ ਗਏ, ਕਦੇ ਕਿਸੇ ਪਾਸੇ ਲੈ ਗਏ, ਕਿਚੜ ਵਿੱਚ ਡੁਬੋਇਆ ਤੇ ਮਨ ਦੀ ਮੈਲ ਨਹੀਂ ਗਈ। ਤੇ ਮਹਾਰਾਜ ਨੇ ਜਦੋਂ ਦਰ ਦੇ ਉੱਤੇ ਬੈਠ ਕੇ ਉਹ ਸਤਿਗੁਰ ਦੇ ਸਰੋਵਰ ਦੇ ਵਿੱਚ ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਰਾਮਦਾਸ ਦੇ ਸਰੋਵਰ ਵਿੱਚ ਨਹਾਇਆ, ਫਿਰ ਪਾਪ ਉਤਰੇ।
ਜਦੋਂ ਸੱਚ ਨੂੰ ਦੇਖਦੇ ਹਾਂ, ਸੱਚ ਵਿੱਚੋਂ ਜਿਹੜਾ ਅੰਮ੍ਰਿਤ ਆਉਂਦਾ ਹੈ, ਇਹ ਸਾਡੇ ਮਨ ਦੇ ਵਿੱਚ ਠਹਿਰਾਵ ਬਣਾਉਂਦਾ ਹੈ ਤੇ ਮਨ ਥਿਰ ਹੋ ਜਾਂਦਾ ਹੈ। ਉੱਥੇ ਗੁਰਮੁਖਾਂ ਨੇ ਬੁੱਝਿਆ ਵੀ ਆਹ ਥਿਰ ਘਰ ਹੈ, ਆਹ ਨਿਜ ਘਰ ਹੈ, ਜਿੱਥੇ ਬੈਠ ਕੇ ਮਨ ਨੂੰ ਆਪ ਦੀ ਜੋਤ ਦੀ ਪਹਿਚਾਣ ਹੋਈ, ਜਿੱਥੇ ਬੈਠ ਕੇ ਮਨ ਨੂੰ ਆਪ ਦੇ ਸਰੂਪ ਦੀ, ਆਪ ਦੇ ਘਰ ਦੀ ਪਹਿਚਾਣ ਹੋਈ, ਉਸ ਨੂੰ ਕਹਿ ਦਿੱਤਾ ਨਿਜ ਘਰ। ਜਿੱਥੇ ਅਨਹਦ ਸ਼ਬਦ ਸੁਣਿਆ, ਰਸ ਆਇਆ, ਆਪ ਦੇ ਮਨ ਦੇ ਸੱਚ ਦੀ ਘਰ ਦੀ ਪਹਿਚਾਣ, ਨਿਜ ਘਰ। ਜਿੱਥੇ ਪਹਿਚਾਣ ਕਰਕੇ ਮਾਇਆ ਨੂੰ ਛੱਡ ਕੇ ਲਗਾਤਾਰ ਫਿਰ ਗਗਨੰਤਰ ਵਿੱਚ ਜਾ ਕੇ ਵਾਸ ਕਰ ਲਿਆ, ਉਨਮਨ 'ਚ ਜਾ ਕੇ ਵਾਸ ਕਰ ਲਿਆ, ਉਹ ਹੋ ਗਿਆ ਥਿਰ ਘਰ। ਹੁਣ ਮਨ ਵਿਚਾਰਾਂ ਤੋਂ ਰਹਿਤ ਹੋ ਕੇ ਥਿਰ ਘਰ ਦੀ ਅਵਸਥਾ ਵਿੱਚ ਧਿਆਨ ਦੁਆਰਾ ਬੈਠ ਜਾਂਦਾ ਹੈ, ਕਰਮ ਵੀ ਕਰਦਾ ਹੈ, ਧਿਆਨ ਰੂਪ ਹੋ ਕੇ ਵੀ ਬੈਠਾ ਰਹਿੰਦਾ ਹੈ। ਤੇ ਇੱਥੇ ਫਿਰ ਕੀ ਕਰਦਾ ਵੀ ਪਹਿਲੋਂ ਜਿਹੜੇ ਵਿਚਾਰਾਂ ਦੇ ਫੁਰਨਿਆਂ ਦੇ ਵਿੱਚ ਜਾਂਦਾ ਸੀਗਾ, ਕਰਮ ਨੂੰ ਕਰਨ ਦੇ ਲਈ ਤੇ ਬੜੀ ਹਾਰ ਆਉਂਦੀ ਸੀ, ਬੜਾ ਸਰੀਰ ਤੇ ਲੋੜ ਆਉਂਦਾ ਸੀਗਾ, ਦੁੱਖ ਆਉਂਦਾ ਸੀਗਾ, ਹਉਮੈ ਦੀਆਂ ਡਾਂਗਾਂ ਪੈਂਦੀਆਂ ਸੀ, ਵਿਚਾਰਾਂ ਦੇ ਕੰਡੇ ਚੁੱਭਦੇ ਸੀ, ਕੰਮ ਵੀ ਨਹੀਂ ਸੀ ਬਣਦੇ। ਤੇ ਦੇਖਦਾ ਆ ਵੀ ਜਦੋਂ ਦੇ ਥਿਰ ਘਰ ਦੇ ਵਿੱਚ ਆਸਣ ਲਾਇਆ, ਸਾਰਾ ਕਾਰਜ ਹੀ ਸਹਿਜ ਸੁਭਾਏ। ਜਦੋਂ ਦੀ ਦ੍ਰਿਸ਼ਟੀ ਇਸ ਮਾਲਕ ਨਾਲ ਮਿਲਾ ਕੇ ਚੱਲਣ ਲੱਗੇ ਆ ਨਾ ਜੀ, ਜਿਹੜਾ ਕਰਮ ਕਰਦੇ ਆ ਉਹਦੇ ਵਿੱਚ ਵਾਧਾ ਹੀ ਵਾਧਾ, ਦਿਨ ਦੁੱਗਣੀ ਰਾਤ ਚੌਗਣੀ, ਕੋਈ ਰੁਕਾਵਟ ਨਹੀਂ ਆਉਂਦੀ। ਜਦੋਂ ਕਾਲ ਜਾਲ ਪਾਉਣ ਲੱਗਦਾ ਹੈ, ਆਪ ਦੀ ਦ੍ਰਿਸ਼ਟੀ ਨੂੰ ਸੰਕੋਚ ਕੇ ਸੱਚ ਵੱਲ ਕਰ ਲੈਂਦਾ। ਤੇ ਮਹਾਰਾਜ ਕਹਿੰਦੇ ਥਿਰ ਘਰ ਵੈਸੋ ਹਰ ਜਨ ਪਿਆਰੇ ਸਤਿਗੁਰ ਸੁਮਰੇ ਕਾਜ ਸੁਆਏ। ਫਿਰ ਉੱਥੇ ਬਚਨ ਕਰਦਾ ਆ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਜਿਹੜੀ ਲਖਮੀ ਪਿੱਛੇ ਮੈਂ ਲੁੱਟਿਆ ਫਿਰਦਾ ਸੀ, ਲਖਮੀ ਤੋਟ ਨਾ ਆਵਈ, ਖਾਏ ਖਰਚ ਰਹਿੰਦਾ। ਕਿਉਂਕਿ ਲਖਮੀ ਜਿਹੜੀ ਹੈ, ਲਖਮੀ ਬਰ ਸਿਉ ਜੋ ਲੋ ਲਾਵੈ, ਸੋਗ ਮਿਟੇ ਸਭ ਹੀ ਸੁਖ ਪਾਵੈ। ਕਹਿੰਦੇ ਲਖਮੀ ਸੀ ਨਾ ਜਿਹੜੀ, ਇਹਦੇ ਪਿੱਛੇ ਪਿੱਛੇ ਭੱਜੇ ਫਿਰਦੇ ਸੀ, ਆਉਂਦੀ ਨਹੀਂ ਸੀ, ਪਰ ਕਹਿੰਦੇ ਸੰਤਾਂ ਨੇ ਲਖਮੀ ਬਰ ਸਿਉ ਜਿਉ ਲਿਵ ਲਾਵੈ, ਲਖਮੀ ਦੇ ਵਰ ਲਖਮੀ ਦੇ ਘਰ ਵਾਲੇ ਨਾਲ ਜਾਣ ਪਛਾਣ ਕਰਾਤੀ। ਲਖਮੀ ਦਾ ਘਰ ਦਾ ਕੌਣ ਹੈ? ਪਰਮੇਸ਼ਰ ਹੈ, ਪਰਮੇਸ਼ਰ ਦੀ ਦਾਸੀ। ਲਖਮੀ ਬਰਸਿਓ ਜੋ ਲਿਵ ਲਾਵੈ, ਸੋਗ ਮਿਟੈ ਸਭ ਹੀ ਸੁਖ ਪਾਵੈ। ਫਿਰ ਪਰਮੇਸ਼ਰ ਸਾਡੇ ਵੱਲ ਹੋ ਗਿਆ, ਜਾਂ ਤੂੰ ਮੇਰੇ ਵੱਲ ਹੈ ਤਾਂ ਕਹਿੰਦੇ ਲਖਮੀ ਟੁੱਟ ਨਾ ਆਵੀ, ਖਾਏ ਖਰਚ ਰਹਿੰਦਾ। ਧੱਕੇ ਨਾਲ ਲਖਮੀ ਆਉਂਦੀ ਫਿਰਦੀ ਹੈ। ਤੇ ਮਹਾਰਾਜ ਕਹਿੰਦੇ 184 ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ। ਸਾਰੀ ਕਿਰਪਾ ਹੋ ਜਾਂਦੀ ਜਦੋਂ ਲਗਾਤਾਰ ਇੱਕ ਚਿੱਤ ਹੋ ਕੇ ਸੱਚ ਦੀ ਸੇਵਾ ਦੇ ਵਿੱਚ ਚੰਦ ਸੂਰਜ ਨੂੰ ਸਮ ਕਰਕੇ ਆ ਜੋ ਮਸਤਕ ਦੇ ਉੱਤੇ ਆਸਣ ਦੱਸਿਆ ਹੋਇਆ ਹੈ, ਇੱਥੇ ਬੈਠਦੇ ਆ, ਇਸ ਮਸਤਕ ਦੀ ਸੁੰਨ ਵਿੱਚ ਬੈਠਦੇ ਆ। ਹੱਡੀਆਂ ਦੇ ਮਸਤਕ ਵਿੱਚ ਨਹੀਂ ਕੁਛ ਹੈਗਾ। ਮਸਤਕ ਦੀ ਸੁੰਨ ਵਿੱਚ ਜਦੋਂ ਬੈਠਦੇ ਆ, ਜਦੋਂ ਨੇਤਰ ਖੋਲ੍ਹਦੇ ਆ ਤੇ ਸਮਦ੍ਰਿਸ਼ਟੀ ਹੋ ਕੇ ਸੱਚ ਦੇ ਵਿੱਚ ਬੈਠਦੇ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਸਾਰੀ ਕਿਰਪਾ ਹੀ ਚੱਲਦੀ ਹੈ। ਕਦੇ ਇੱਕ ਦ੍ਰਿਸ਼ਟ ਹੋ ਗਏ, ਕਦੇ ਸਮਦ੍ਰਿਸ਼ਟ ਹੋ ਗਏ। ਨਿਜ ਘਰ ਥਿਰ ਕਰ ਸੱਚ ਤੋਂ ਫਿਰ ਮਨ ਵਿਸਰਦਾ ਨਹੀਂ ਨਾ, ਉਹਦੇ ਸਾਰੇ ਕਾਰਜ ਮਹਾਰਾਜ ਕਹਿੰਦੇ ਆਪ ਆਪਣੇ ਆਪ ਮਾਲਕ ਸਵਾਰਦਾ। ਫਿਰ ਕਹਿੰਦੇ ਠੱਠਾ ਇਹ ਦੂਰ ਠੱਗ ਨੀਰਾ, ਨੀਠ ਨੀਠ ਮਨ ਕੀਆ ਧੀਰਾ, ਜਿਨ ਠੱਗ ਠੱਗਿਆ ਸਗਲ ਜਗ ਖਾਵਾ, ਸੋ ਠੱਗ ਠੱਗਿਆ ਠੌਰ ਮਨਾਵਾ। ਉੱਥੇ ਪਤਾ ਲੱਗ ਗਿਆ ਖੇਲ ਤਾਂ ਸਾਰਾ ਹੀ ਮਾਲਕ ਦਾ ਆਪ ਸੀ, ਇਹ ਠੱਗ ਬਣ ਕੇ ਆਪ ਬੈਠਾ ਹੈ, ਆਪ ਦੱਸਦਾ ਪਿਆ, ਆਪ ਮਾਇਆ ਦੇ ਵਿੱਚ ਵਰਤ ਰਿਹਾ, ਆਪ ਸਾਰਾ ਕਰਾਮਾਤ ਕਰ ਰਿਹਾ ਹੈ। ਪਰ ਅਸੀਂ ਗੁਰੂ ਤੋਂ ਹੀਣੇ ਹੋ ਕੇ ਇਸ ਠੱਗ ਨੂੰ ਪਹਿਚਾਨ ਨਹੀਂ ਸਕੇ। ਤੇ ਜਦੋਂ ਗੁਰੂ ਦੀ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਗਏ, ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਨੇ ਖੇਲ ਦੱਸ ਦਿੱਤਾ ਵੀ ਪਰਮੇਸ਼ਰ ਦੇ ਦੋ ਹੀ ਰਸਤੇ ਆ, ਹਉਮੈ ਦੇ ਰਸਤੇ ਵਿੱਚ ਵੀ ਇਹ ਆਪ ਆ ਔਰ ਨਾਮ ਦੇ ਰਸਤੇ ਵਿੱਚ ਵੀ ਆਪ ਆ। ਤੁਸੀਂ ਮਾਲਕ ਦਾ ਸੰਗ ਹਉਮੈ ਦੇ ਰਾਹੀਂ ਨਹੀਂ ਕਰਨਾ, ਨਾਮ ਦੇ ਰਾਹੀਂ ਕਰਨਾ। ਜੇ ਹਉਮੈ ਦੇ ਰਾਹੀਂ ਮਾਲਕ ਦੇ ਸਰਗੁਣ ਰੂਪ ਨੂੰ ਧਿਆਉਂਦੇ ਰਹੋਗੇ ਤਾਂ ਲਗਾਤਾਰ ਜਨਮ ਮਰਨ ਦੇ ਵਿੱਚ ਫਿਰਦੇ ਰਹੋਗੇ, ਕਿਉਂਕਿ ਉਹ ਤਾਂ ਸਾਰੀ ਥਾਈਂ ਸਭਨੀ ਥਾਈਂ ਰਵਿਆ ਪ੍ਰਭ ਆਪ, ਉਹਦੀਆਂ ਜੂਨਾਂ ਦੇ ਵਿੱਚ ਲਗਾਤਾਰ ਸਫ਼ਰ ਕਰਦੇ ਰਹੋਗੇ। ਜਦੋਂ ਹਉਮੈ ਤੋਂ ਉੱਪਰ ਉੱਠ ਕੇ ਨਾਮ ਦੇ ਰਾਹੀਂ, ਗੁਰੂ ਦੇ ਰਾਹੀਂ
ਸਿੱਧਾ ਡਾਇਰੈਕਟ ਸੰਪਰਕ ਕਰ ਲਓਗੇ, ਫਿਰ ਤੁਸੀਂ ਹਉਮੈ ਤੋਂ ਵਿਸ਼ੇ ਵਿਕਾਰਾਂ ਤੋਂ ਉੱਪਰ ਉੱਠ ਕੇ ਜਦੋਂ ਕਰ ਲਓਗੇ ਸੰਪਰਕ, ਫਿਰ ਤੁਸੀਂ ਲਗਾਤਾਰ ਸੱਚਖੰਡ ਦੇ ਵਿੱਚ ਵਾਸ ਕਰੋਗੇ। ਇਸ ਕਰਕੇ ਜਿਹੜਾ ਸੱਚ ਦਾ ਨਾਲ ਸੰਪਰਕ ਕਰਨਾ ਹੈ ਉਹ ਅਨਹਦ ਨਾਦ ਦੇ ਰਾਹੀਂ, ਸਾਧੂ ਬਚਨਾਂ ਦੇ ਰਾਹੀਂ, ਗੁਰ ਸ਼ਬਦ ਗੁਰਮੰਤਰ ਦੇ ਰਾਹੀਂ ਥਿਰ ਘਰ ਦੇ ਵਿੱਚ ਬੈਠ ਕੇ ਕਰਨਾ। ਸੋ ਆਓ ਫਿਰ ਆਪਾਂ ਉਸ ਸੰਪਰਕ ਨੂੰ ਬਣਾਉਂਦੇ ਹੋਏ ਮਨ ਨੂੰ ਸੰਕੋਚ ਕੇ ਸੁਰਤੀਆਂ ਬਿਰਤੀਆਂ ਨੂੰ ਇੱਕ ਕਰਕੇ ਸ਼ਬਦ ਦੇ ਗਿਆਨ ਦੁਆਰਾ, ਗੁਰਮੰਤਰ ਦੇ ਗਿਆਨ ਦੁਆਰਾ ਸੱਚ ਨਾਮ ਦੇ ਵਿੱਚ ਸਮਾਈਏ, ਉੱਥੇ ਬੈਠੀਏ, ਚੱਲ ਕੇ ਅੰਮ੍ਰਿਤ ਲਈਏ, ਰਾਰਾ ਰਸ ਨਿਰਸ ਕਰ ਜਾਣਿਆ, ਉਸ ਮਾਲਕ ਦੇ ਰਸ ਅੰਮ੍ਰਿਤ ਨੂੰ ਪੀਏ, ਜੁਗਤੀ ਲਗਾਈਏ। ਆਓ ਜੀ, ਨੇਤਰ ਬੰਦ ਕਰਕੇ ਸ਼ਬਦ ਦਾ ਅਭਿਆਸ ਕਰਕੇ ਜੋ ਜੋ ਤੁਹਾਨੂੰ ਤਰੀਕੇ ਦੱਸੇ ਨੇ ਉਹਨਾਂ ਤਰੀਕਿਆਂ ਦੇ ਨਾਲ ਸੱਚ ਨਾਮ ਨੂੰ ਦ੍ਰਿੜ ਕਰਦੇ ਹੋਏ ਅੰਤਰਗਤ ਆਪਦੇ ਘਰ ਚਲੀਏ ਜੀ। ਹਾਂਜੀ, ਨੇਤਰ ਬੰਦ ਕਰਕੇ ਕਰੋ ਸ਼ੁਰੂ ਜੀ। ਵਾਹਿਗੁਰੂ।